ਭਾਗ 4 ਵਿੱਚ ਅਸੀਂ ਖਤਮ ਕੀਤੀ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉੱਪਰ। ਇਸ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਧਰਤ ਦੇ ਲੋਕਾਂ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਇਹ ਬਦਲਾਅ ਵਿਦੇਸ਼ੀ ਹਮਲਾਵਰਾਂ ਖਿਲਾਫ ਖੜਨ ਅਤੇ ਰਾਜ ਵਿਦੇਸ਼ੀ ਹਾਕਮਾਂ ਦੀ ਥਾਂ ਆਪਣੇ ਹੱਥ ਵਿੱਚ ਲੈਣ ਦਾ ਸੀ। ਜ਼ੁਲਮ ਮੁਰੇ ਝੁਕਣਾ ਜਾਂ ਡਟਣਾ ਫੈਸਲਾ ਛੇਵੇਂ ਪਾਤਸ਼ਾਹ ਨੇ ਲੈ ਲਿਆ। ਧਰਮ ਪਾਲਣਾ ਲਈ ਸ਼ਸਤਰਬੱਧ ਹੋਣ ਦੀ ਜ਼ਰੂਰਤ ਬਣੀ ਤਾਂ ਉਹ ਕੰਮ ਕਰ ਲਿਆ ਗਿਆ। ਆਪਣਿਆਂ ਦੇ ਵਿਰੋਧ ਕਾਰਨ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਛੱਡ ਕੀਰਤਪੁਰ ਸਾਹਿਬ ਆ ਟਿਕੇ। ਦਿੱਲੀ ਹਲੇ ਜਹਾਂਗੀਰ ਦਾ ਹੀ ਰਾਜ ਚੱਲ ਰਿਹਾ ਸੀ। ਛੇਵੇਂ ਗੁਰੂ ਦੀ ਮੁਗਲਾਂ ਨਾਲ ਟੱਕਰ ਹੋਈ ਅਤੇ ਗ੍ਰਿਫਤਾਰੀ ਵੀ। ਗਵਾਲੀਅਰ ਜਹਾਂਗੀਰ ਨੇ 1.5 ਸਾਲ ਕੈਦ ਵਿੱਚ ਵੀ ਰੱਖਿਆ। 1628 ਈਸਵੀ ਵਿੱਚ ਜਹਾਂਗੀਰ ਦੀ ਮੌਤ ਤੋਂ ਬਾਅਦ ਸ਼ਹਾਬੂਦੀਨ ਸ਼ਾਹਜਹਾਂ ਉਰਫ ਖੁਰਮ ਦਿੱਲੀ ਦੇ ਤਖ਼ਤ 'ਤੇ ਬੈਠਾ। ਇਹਨੇ ਆਪਣੇ ਸਹੁਰੇ ਆਸਫ ਖਾਨ ਦੀ ਮਦਦ ਨਾਲ ਆਪਣੇ ਭਰਾਵਾਂ ਦੀਆਂ ਹੱਤਿਆਵਾਂ ਕਰਾ ਦਿੱਤੀਆਂ ਤਾਂ ਜੋ ਗੱਦੀ ਦਾ ਕੋਈ ਦਾਅਵੇਦਾਰ ਨਾ ਬਚੇ। ਇਸਨੇ ਆਪਣੇ ਭਰਾ ਖੁਸਰੋ ਦੀ ਹੱਤਿਆ ਕੀਤੀ। ਸਾਡੇ ਇਤਿਹਾਸ ਦੀਆਂ ਪੁਸਤਕਾਂ ਵਿੱਚ ਇਸ ਨੂੰ ਮੁਹੱਬਤ ਦਾ ਬਾਦਸ਼ਾਹ ਪੜ੍ਹਾਇਆ ਜਾਂਦਾ ਹੈ। ਇਹਨੇ ਹੀ ਤਾਜ ਮਹਿਲ ਬਣਾਇਆ ਸੀ। ਲਾਲ ਕਿਲ੍ਹਾ ਵੀ ਦੱਸਿਆ ਜਾਂਦਾ ਹੈ ਇਹਨੇ ਬਣਵਾਇਆ ਸੀ। 1628 ਈਸਵੀ ਤੋਂ ਲੈ ਕੇ 1658 ਈਸਵੀ ਤੱਕ ਇਸ ਦਾ ਰਾਜ ਰਿਹਾ। ਇਸ ਦੇ ਪੁੱਤਰ ਔਰੰਗਜ਼ੇਬ ਨੇ ਇਸ ਨੂੰ ਆਗਰੇ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਮਰਨ ਲਈ ਛੱਡ ਦਿੱਤਾ ਸੀ। ਪੰਜਾਬ ਵਿੱਚ ਮੁਗਲ ਆਪਣੇ ਨਵਾਬਾਂ ਰਾਹੀਂ ਰਾਜ ਕਰ ਰਹੇ ਸਨ। ਪੰਜਾਬ ਵਿੱਚ 1644 ਈਸਵੀ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਛੱਡਣ ਤੋਂ ਬਾਅਦ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਅਤੇ 1661 ਈਸਵੀ ਵਿੱਚ ਦੇਹ ਛੱਡੀ। ਉੱਧਰ ਦਿੱਲੀ ਔਰੰਗਜ਼ੇਬ 1658 ਈਸਵੀ ਵਿੱਚ ਪਿਓ ਬਾਦਸ਼ਾਹ ਸ਼ਾਹਜਹਾਂ ਨੂੰ ਕੈਦ ਵਿੱਚ ਸੁੱਟ ਦਿੱਲੀ ਦੇ ਤਖ਼ਤ 'ਤੇ ਬੈਠ ਗਿਆ। ਪ੍ਰੇਮ ਦੀ ਅਮਰ ਨਿਸ਼ਾਨੀ ਤਾਜ ਮਹਿਲ ਬਣਾਉਣ ਵਾਲੇ ਸ਼ਾਹਜਹਾਂ ਨੇ ਜੋ ਆਪਣੇ ਭਰਾਵਾਂ ਨਾਲ ਕੀਤਾ ਸੀ ਉਹੀ ਉਸਦੇ ਪੁੱਤਰ ਔਰੰਗਜ਼ੇਬ ਨੇ ਆਪਣੇ ਭਰਾਵਾਂ ਨਾਲ ਕੀਤਾ। ਵੱਡੇ ਭਰਾ ਦਾਰਾ ਸ਼ਿਕੋਹ ਅਤੇ ਮੁਰਾਦ ਅਤੇ ਸ਼ਾਹ ਸ਼ੁਜਾ ਨੂੰ ਮਾਰ ਦੂਜੇ ਨੰਬਰ ਦਾ ਔਰੰਗਜ਼ੇਬ ਗੱਦੀ ਪ੍ਰਾਪਤ ਕਰ ਲੈਂਦਾ ਹੈ। ਜਦੋਂ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਹਰਾਇਆ ਤਾਂ ਕਹਿੰਦੇ ਉਹ ਹਾਰ ਕੇ ਮੁਲਤਾਨ ਵੱਲ ਭੱਜਾ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਉਹ ਪਹਿਲਾਂ ਕੀਰਤਪੁਰ ਸਾਹਿਬ ਤੇ ਫਿਰ ਗੋਇੰਦਵਾਲ ਗਿਆ, ਪਰ ਗੁਰੂ ਨਾਲ ਉਸਦੀ ਮੁਲਾਕਾਤ ਨਾ ਹੋ ਸਕੀ। ਅਫਗਾਨੀ ਮਲਕ ਜੁਨੈਦ ਨੇ ਸਿੰਧ ਵਿੱਚ ਉਸ ਨੂੰ ਦਗਾ ਦੇ ਕੇ ਔਰੰਗਜ਼ੇਬ ਕੋਲ ਫੜਾ ਦਿੱਤਾ। ਦਿੱਲੀ ਲਿਆ ਔਰੰਗਜ਼ੇਬ ਨੇ ਉਸ ਨੂੰ ਸੜਕਾਂ 'ਤੇ ਬੰਨ੍ਹ ਦੌੜਾਇਆ, ਮਤਲਬ ਜਲੂਸ ਕੱਢਿਆ। 30 ਅਗਸਤ 1959 ਈਸਵੀ ਵਿੱਚ ਸਿਰ ਲਾ ਕੇ ਦਾਰਾ ਸ਼ਿਕੋਹ ਦਾ ਦਿੱਲੀ ਦਰਬਾਰ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਗਰੇ ਕੈਦ ਵਿੱਚ ਪਿਓ ਸ਼ਾਹਜਹਾਂ ਨੂੰ ਭੇਜਿਆ। ਕਾਰਨ ਕਿਉਂਕਿ ਸ਼ਾਹਜਹਾਂ ਨੇ ਉਸ ਨੂੰ ਪਹਿਲਾਂ ਗੱਦੀ ਦਾ ਵਾਰਿਸ ਘੋਸ਼ਿਤ ਕੀਤਾ ਸੀ। ਹਾਂ, ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਦਾਰਾ ਸ਼ਿਕੋਹ ਚਹੇਤਾ ਵੀ ਜ਼ਿਆਦਾ ਹੋਣਾ ਸ਼ਾਹਜਹਾਂ ਦਾ। ਔਰੰਗਜ਼ੇਬ ਦਾ ਕਿਰਦਾਰ ਦੱਸਣ ਲਈ ਇੰਨਾ ਹੀ ਕਾਫੀ ਹੈ। ਇਹ 1658 ਈਸਵੀ ਤੋਂ 1707 ਈਸਵੀ ਤੱਕ ਦਿੱਲੀ ਤਖ਼ਤ 'ਤੇ ਰਿਹਾ। ਇਹਦੇ ਵਿੱਚ ਮਜ਼ਹਬੀ ਨਫ਼ਰਤ ਬਹੁਤ ਸੀ। ਅਕਬਰ ਦਾ ਹਟਾਇਆ ਜਜ਼ੀਆ ਕਰ ਇਸਨੇ 1679 ਈਸਵੀ ਵਿੱਚ ਦੁਬਾਰਾ ਲਾਇਆ। ਉੱਧਰ ਇਸ ਦੇ ਰਾਜ ਵਿੱਚ ਮਰਾਠੇ ਦੱਖਣ ਵਿੱਚ ਤਾਕਤ ਫੜ ਇਹਦੀ ਬਾਦਸ਼ਾਹੀ ਕਮਜ਼ੋਰ ਕਰ ਰਹੇ ਸਨ। ਸ਼ਿਵਾਜੀ ਮਰਾਠਾ ਸਭ ਜਾਣਦੇ ਹਨ। ਮਰਾਠਾ ਸ਼ਾਸਕ ਸ਼ਿਵਾਜੀ ਦੇ ਪੁੱਤਰ ਸ਼ੰਭਾਜੀ ਮਹਾਰਾਜ ਦੀ ਹੱਤਿਆ ਇਹਨੇ ਕਰਵਾਈ ਤਾਂ ਉਹਦੀ ਖੱਲ ਵਿੱਚ ਭੂਸਾ ਭਰਵਾਇਆ ਸੀ ਇਹਨੇ, ਪਰ ਫਿਰ ਵੀ ਇਹ ਅੰਤ ਤੱਕ ਮਰਾਠਿਆਂ ਨੂੰ ਦਬਾ ਨਾ ਸਕਿਆ। 25 ਸਾਲ ਪੂਰਾ ਜ਼ੋਰ ਲਾਇਆ ਸੀ ਇਸਨੇ। ਇਤਿਹਾਸ ਦਾ ਇਹ ਕਰੂਰਤਮ ਬਾਦਸ਼ਾਹ ਗਿਣਿਆ ਜਾਂਦਾ ਹੈ ਮੁਗਲ ਰਾਜ ਦਾ।
ਗੁਰੂ ਤੇਗ ਬਹਾਦਰ ਜੀ ਦਾ ਕਤਲ ਵੀ ਇਸ ਦੇ ਹੀ ਹੁਕਮ ਤੇ ਹੋਇਆ ਸੀ। ਦਿੱਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਨੂੰ ਜਿਉਂਦਾ ਨੀਹਾਂ ਵਿੱਚ ਵੀ ਇਸ ਦੇ ਹੀ ਹੁਕਮਾਂ ਤੇ ਚਿਣਾਇਆ ਗਿਆ ਸੀ। ਇੱਧਰ ਪੰਜਾਬ ਵਿੱਚ ਜਦੋਂ 7ਵੇਂ ਗੁਰੂ ਹਰਿਰਾਏ ਜੀ ਨੇ ਦੇਹ ਛੱਡੀ ਤਾਂ 8ਵੇਂ ਗੁਰੂ ਹਰਕ੍ਰਿਸ਼ਨ ਜੀ ਨੂੰ ਗੱਦੀ ਦੇ ਦਿੱਤੀ ਗਈ। ਉਹਨਾਂ ਦੀ ਉਮਰ ਬਹੁਤ ਛੋਟੀ ਸੀ, ਉਸ ਵੇਲੇ ਸਿਰਫ 5 ਸਾਲ। ਉਧਰ ਮਜ਼੍ਹਬੀ ਨਫ਼ਰਤ ਦਾ ਮਾਰਿਆ ਔਰੰਗਜ਼ੇਬ ਗੁਰੂ ਨਾਨਕ ਦੀ ਗੱਦੀ ਨੂੰ ਕਾਫਰਾਂ ਦੀ ਗੱਦੀ ਸਮਝ ਕਾਰਵਾਈ ਦੀ ਸੋਚ ਰਿਹਾ ਸੀ। 8ਵੇਂ ਪਾਤਸ਼ਾਹ ਨੂੰ ਦਿੱਲੀ ਬੁਲਾਇਆ ਗਿਆ। ਸੰਗਤਾਂ ਨੇ ਮਨਾ ਕੀਤਾ। ਰਾਜਾ ਮਿਰਜ਼ਾ ਜੈ ਸਿੰਘ ਨੇ ਵਿੱਚ ਪੈ ਦਿੱਲੀ ਸੱਦ ਲਿਆ। ਦਿੱਲੀ ਬੰਗਲਾ ਸਾਹਿਬ ਗੁਰਦੁਆਰਾ ਉਹੀ ਮਹਿਲ ਹੈ ਜਿੱਥੇ ਗੁਰੂ ਜੀ ਉਸ ਦੇ ਮਹਿਮਾਨ ਬਣ ਕੇ ਠਹਿਰੇ ਸਨ। ਉਹਨਾਂ ਦਿਨਾਂ ਵਿੱਚ ਹੀ ਚੇਚਕ ਦੀ ਬਿਮਾਰੀ ਨੇ ਅੱਤ ਦਾ ਜੋੜ ਫੜ ਲਿਆ ਸੀ। ਗੁਰੂ ਜੀ ਚੇਚਕ ਦਾ ਸ਼ਿਕਾਰ ਹੋ ਗਏ। ਦਿੱਲੀ ਹੀ ਦੇਹ ਛੱਡਣੀ ਪਈ। ਔਰੰਗਜ਼ੇਬ ਨਾਲ ਮੁਲਾਕਾਤ ਨਾ ਹੋ ਸਕੀ। ਭਾਵੇਂ ਖੂਨ ਸਿੱਧਾ ਮੁਗਲਾਂ ਦੇ ਸਿਰ ਨਾਲ ਲੱਗਾ, ਪਰ ਅੱਗੇ ਇਹ ਹੋਣਾ ਸੀ। ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਅਗਸਤ 1664 ਈਸਵੀ ਵਿੱਚ ਗੁਰੂ ਨਾਨਕ ਦੀ ਗੱਦੀ ਤੇ ਬੈਠੇ। ਉਹ ਆਉਣ ਵਾਲੇ ਸਮੇਂ ਨੂੰ ਚੰਗੀ ਤਰ੍ਹਾਂ ਭਾਪ ਗਏ ਸਨ। ਥੋੜ੍ਹੀ ਬਹੁਤ ਜੰਗੀ ਸ਼ਕਤੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਗਈ। ਰਾਜ ਲਈ ਨਹੀਂ ਦੋਸਤੋ, ਮਸਲਾ ਉਸ ਵੇਲੇ ਤਾਂ ਹੋਂਦ ਬਚਾਉਣ ਦਾ ਸੀ। ਜਰਾ ਡੂੰਘਾ ਸੋਚ ਕੇ ਵੇਖੋ ਉਸ ਸਮੇਂ ਦੇ ਹਾਲਾਤਾਂ ਨੂੰ। ਧਰਮ ਤੇ ਚੱਲਦੇ ਜੀਵਨ ਬਿਤਾਉਣ ਲਈ ਤਲਵਾਰ ਹੱਥ ਫੜਨੀ ਹੀ ਪੈਣੀ ਸੀ। ਗੁਰੂ ਤੇਗ ਬਹਾਦਰ ਜੀ ਨੇ ਹੀ ਅਨੰਦਪੁਰ ਵਸਾਇਆ ਸੀ। ਉਹਨਾਂ ਲਈ ਪੂਰਾ ਹਿੰਦੁਸਤਾਨ ਆਪਣਾ ਸੀ। ਗੁਰੂ ਨਾਨਕ ਵਾਂਗ ਧਰਮ ਦੀ ਸਿੱਖਿਆ ਦਿੰਦੇ ਉਹ ਧਰਮ ਦੀ ਅਲਖ ਜਗਾਉਂਦੇ ਹੋਏ ਪੂਰਾ ਹਿੰਦੁਸਤਾਨ ਘੁੰਮੇ। ਬਿਹਾਰ ਵਿੱਚ ਪਟਨਾ ਨਗਰ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤਰ ਰੂਪ ਵਿੱਚ ਉਹਨਾਂ ਦੇ ਘਰ ਜਨਮ ਲਿਆ। ਮਜ਼੍ਹਬੀ ਨਫ਼ਰਤ ਦੇ ਮਾਰੇ ਔਰੰਗਜ਼ੇਬ ਨੇ ਖੁੱਲ੍ਹੇਆਮ ਲੋਕਾਂ ਨੂੰ ਆਪਣਾ ਧਰਮ ਛੱਡ ਉਸ ਦਾ ਇਬਰਾਹਿਮਿਕ ਮਜ਼ਹਬ ਇਸਲਾਮ ਅਪਣਾਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਡਰ ਅਤੇ ਲਾਲਚ ਕਾਰਨ ਬਹੁਤ ਲੋਕ ਧਰਮ ਬਦਲ ਵੀ ਗਏ। ਅਜਿਹੇ ਮੌਕੇ ਖੜ੍ਹੇ ਹੋਏ ਗੁਰੂ ਤੇਗ ਬਹਾਦਰ ਜ਼ੁਲਮ ਅਤੇ ਧਾਰਮਿਕ ਨਫ਼ਰਤ ਖਿਲਾਫ ਆਪਣਾ ਪਿਤਾ ਪੁਰਖੀ ਧਰਮ ਨਾ ਛੱਡਣ ਦੀ ਦਲੇਰੀ ਕਰਦਿਆਂ ਵਿਦੇਸ਼ੀ ਮਜ਼ਹਬ ਨਾ ਅਪਣਾਉਣ ਕਾਰਨ ਉਹਨਾਂ ਦਾ ਸਿਰ ਦਿੱਲੀ ਸ਼ਰੇਆਮ ਚਾਂਦਨੀ ਚੌਕ ਵਿੱਚ ਲਾ ਦਿੱਤਾ ਗਿਆ। ਅੱਜ ਉੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ। ਫੇਰ ਤਾਂ ਸਿੱਧੀ ਟੱਕਰ ਦੀ ਸ਼ੁਰੂਆਤ ਹੋ ਗਈ। 10ਵੇਂ ਪਾਤਸ਼ਾਹ 9 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੀ ਗੱਦੀ ਤੇ ਬੈਠੇ। ਉਹਨਾਂ ਆਉਣ ਵਾਲੇ ਸਮੇਂ ਲਈ ਪੱਕੀ ਤਿਆਰੀ ਪੱਕੇ ਪੈਰੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਵੀ ਨਿਸ਼ਚਾ ਸੀ, ਜਾਨ ਤਾਂ ਜਾਊ ਪਰ ਧਰਮ ਨਹੀਂ। ਫਿਰ ਵਿਸਾਖੀ ਵਾਲੇ ਦਿਨ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਥਾਪਨਾ ਅਨੰਦਪੁਰ ਸਾਹਿਬ ਵਿੱਚ ਕਰ ਦਿੱਤੀ ਗਈ। ਕਿਲਿਆਂ ਦੀ ਉਸਾਰੀ ਸ਼ੁਰੂ ਹੋ ਗਈ। ਹਕੂਮਤ ਨੂੰ ਚੁਣੌਤੀ ਦਿੰਦਾ ਨਗਾਰਾ ਵੀ ਵਜਾਉਣਾ ਸ਼ੁਰੂ ਕਰ ਦਿੱਤਾ ਗਿਆ। ਪੰਜਾਬ ਦੇ ਇਤਿਹਾਸ ਬਾਰੇ ਹੋਰ ਕੀ ਦੱਸਿਆ ਜਾ ਸਕਦਾ ਹੈ। ਸਭ ਗੁਰੂਆਂ ਦੁਆਲੇ ਆ ਕੇ ਸਿਮਟ ਗਿਆ। ਉੱਧਰ ਦਿੱਲੀ ਔਰੰਗਜ਼ੇਬ ਬੁੱਢਾ ਹੋ ਰਿਹਾ ਸੀ। ਦੱਖਣ ਵਿੱਚ ਮਰਾਠੇ ਉਸ ਦਾ ਸਾਹ ਲੈਣਾ ਔਖਾ ਕਰ ਰਹੇ ਸਨ। ਇੱਧਰ ਪੰਜਾਬ ਵਿੱਚ ਦਸ਼ਮੇਸ਼ ਪਿਤਾ ਵੀ ਆਪਣੀ ਫੌਜੀ ਤਾਕਤ ਵਧਾ ਰਹੇ ਸਨ। ਗੁਰੂ ਕੋਲ ਫੌਜ ਇਕੱਠੀ ਹੁੰਦੀ ਵੇਖ ਅਤੇ ਕਿਲਿਆਂ ਦੀ ਉਸਾਰੀ ਕਾਰਨ ਔਰੰਗਜ਼ੇਬ ਤੋਂ ਪਹਿਲਾਂ ਪਹਾੜ ਦੇ ਰਾਜਿਆਂ ਨੂੰ ਫਿਕਰ ਪੈ ਗਿਆ। ਡਰ ਬਹਿ ਗਿਆ ਕਿ ਹੁਣ ਗੁਰੂ ਫੌਜ ਨਾਲ ਹਮਲਾ ਕਰ ਹਰਾ ਰਾਜ ਖੋਹ ਲੈਣਗੇ। ਨਗਾਰਾ ਸੁਤੰਤਰ ਰਾਜ ਦਾ ਪ੍ਰਤੀਕ ਸੀ ਤੇ ਰੋਜ਼ ਵਜਾਇਆ ਜਾਂਦਾ ਸੀ। ਇਹਨਾਂ ਔਰੰਗਜ਼ੇਬ ਨੂੰ ਵੀ ਹਾਲਾਤ ਦੱਸੇ ਤੇ ਗੁਰੂ ਕੋਲ ਇੱਧਰ ਖਿਰਾਜ ਮਤਲਬ ਟੈਕਸ ਮੰਗਿਆ। ਫੇਰ ਹੋਇਆ ਪੌਂਟਾ ਸਾਹਿਬ ਕੋਲ ਭੰਗਾਣੀ ਦਾ ਯੁੱਧ। ਇਸ ਯੁੱਧ ਵਿੱਚ ਕਹਿੰਦੇ ਨੇ ਕਿ ਕਾਸ਼ੀ ਤੋਂ ਪੰਡਿਤ ਭਾਈ ਰਾਮਾ 2 ਲੱਕੜ ਦੀਆਂ ਤੋਪਾਂ ਵੀ ਲੈ ਆਇਆ। ਜੰਗ 'ਚ ਸੋਹਣਾ ਮੁਕਾਬਲਾ ਹੋਇਆ ਤੇ ਪਹਾੜ ਦੇ ਰਾਜੇ ਜਿੱਤ ਨਾ ਸਕੇ। ਸੁਲ੍ਹਾ ਕਰ ਵਾਪਸ ਮੁੜਨਾ ਪਿਆ। ਪਰ ਜਲਦ ਹੀ ਖਰਾਜ ਮੰਗਣ ਲਈ ਮੁਗਲ ਸਰਕਾਰ ਵੀ ਆ ਗਈ। ਹੁਕਮ ਜੰਮੂ ਦੇ ਗਵਰਨਰ ਮੀਆਂ ਖਾਨ ਨੂੰ ਲੱਗਾ ਸੀ। ਨਦੌਣ ਕੋਲ ਇਹ ਜੰਗ ਹੋਈ ਤਾਂ ਜਿੱਤ ਗੁਰੂ ਦੀਆਂ ਫੌਜਾਂ ਦੀ ਹੋਈ। ਫੇਰ ਤਾਂ ਜੰਗਾਂ ਦੀ ਸ਼ੁਰੂਆਤ ਹੋ ਗਈ। ਕਾਂਗੜੇ ਦੇ ਫੌਜਦਾਰ ਦਿਲਾਵਰ ਖਾਨ ਨੇ ਅਨੰਦਪੁਰ ਤੇ ਹਮਲਾ ਕੀਤਾ। ਗਲੋਚ ਦਾ ਪਹਾੜੀ ਰਾਜਾ ਗੋਪਾਲ ਗੁਰਾਂ ਦੀ ਮਦਦ ਲਈ ਆਇਆ। ਜਿੱਤ ਗੁਰੂ ਵੱਲ ਦੀ ਹੋਈ।
ਹੁਣ ਗੱਲ ਦਿੱਲੀ ਮੁਗਲ ਦਰਬਾਰ ਤੱਕ ਪੁੱਜ ਗਈ। ਔਰੰਗਜ਼ੇਬ ਨੇ ਆਪਣੇ ਸ਼ਹਿਜ਼ਾਦੇ ਮੁਅੱਜ਼ਮ ਨੂੰ ਭੇਜ ਸਰਹੰਦ ਦੇ ਨਵਾਬ ਨੂੰ ਹਾਲਾਤ ਨਜਿੱਠਣ ਲਈ ਭੇਜਿਆ। ਉਸਨੇ ਗੁਰੂਆਂ ਦੀ ਮਦਦ ਲਈ ਆਏ ਪਹਾੜੀ ਰਾਜਿਆਂ ਨੂੰ ਸਬਕ ਸਿਖਾਇਆ ਅਤੇ ਲੱਕ ਤੋੜਵੀਂ ਹਾਰ ਦੇ ਉਹ ਕਾਬਲ ਵੱਲ ਨੂੰ ਚਲਾ ਗਿਆ। ਉਂਝ ਵੀ ਗੁਰੂਆਂ ਨੇ ਕਿਹੜਾ ਰਾਜ ਸਥਾਪਿਤ ਕੀਤਾ ਸੀ ਜੋ ਜਿੱਤਦਾ। ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਪਹਿਲਾ ਵੱਡਾ ਹਮਲਾ ਅਕਤੂਬਰ 1702 ਈਸਵੀ ਵਿੱਚ ਹੋਇਆ। ਇਸ ਵਾਰ ਸਰਹੰਦ ਦਾ ਨਵਾਬ ਆਪ ਫੌਜ ਲੈ ਕੇ ਆਇਆ ਅਤੇ ਘੇਰਾ ਪਾ ਲਿਆ। ਅਨੰਦਪੁਰ ਛੱਡਣ ਦੀ ਸ਼ਰਤ ਤੇ ਘੇਰਾ ਚੁੱਕ ਲਿਆ ਗਿਆ। ਗੁਰੂ ਸਮਝੌਤਾ ਕਰ ਬਸਾਲੀ ਚਲੇ ਗਏ। ਸਰਹੰਦ ਦਾ ਨਵਾਬ ਅਤੇ ਪਹਾੜੀ ਰਾਜੇ ਇਸ ਵਿੱਚ ਜਿੱਤ ਸਮਝ ਸੰਤੁਸ਼ਟ ਹੋ ਮੁੜ ਗਏ। ਗੁਰੂ ਗੋਬਿੰਦ ਸਿੰਘ ਜੀ ਕੁਝ ਦੇਰ ਬਸਾਲੀ ਅਤੇ ਫੇਰ ਵਿਭੋਰ ਸਾਹਿਬ ਰਹਿ ਅਨੰਦਪੁਰ ਵਾਪਸ ਆ ਗਏ। ਉਹਨਾਂ ਦਾ ਵਾਪਸ ਆਉਣਾ ਇੱਕ ਤਰ੍ਹਾਂ ਵੰਗਾਰ ਸੀ। ਅਲਫ ਖਾਨ ਫੌਜ ਸਮੇਤ ਲਾਹੌਰ ਜਾ ਰਿਹਾ ਸੀ। ਉਸਨੂੰ ਖਬਰ ਮਿਲੀ ਤਾਂ ਪਹਾੜੀ ਰਾਜਿਆਂ ਦੀ ਮਦਦ ਨਾਲ ਉਸਨੇ ਹਮਲਾ ਕੀਤਾ। ਜੰਗ ਹੋਈ ਤਾਂ ਜੰਗ ਵਿੱਚ ਮੁਗਲ ਫੌਜਾਂ ਦੀ ਹਾਰ ਹੋਈ। ਅਲਫ ਖਾਨ ਜ਼ਖਮੀ ਹੋ ਵਾਪਸ ਮੁੜ ਗਿਆ। ਹੁਣ ਔਰੰਗਜ਼ੇਬ ਦੇ ਕੰਨ ਖੜੇ ਹੋ ਗਏ। ਉਹ ਹੁਣ ਵੱਡੇ ਤੇ ਨਿਰਣਾਇਕ ਹਮਲੇ ਦੀ ਤਿਆਰੀ ਵਿੱਚ ਹੋ ਗਿਆ। ਬਾਕੀ ਅਗਲੇ ਭਾਗ ਵਿੱਚ ਗੱਲ ਕਰਾਂਗੇ ਸਾਡੇ ਪੰਜਾਬ ਦੀ ਸਭ ਤੋਂ ਇਤਿਹਾਸਿਕ ਘਟਨਾ ਦੀ।